ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸੰਗਤ ਰੂਪ ਵਿੱਚ ਜੁੜ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ, ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਵਿਚਾਰ ਰਹੇ ਹਾਂ ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦੀ ਬਾਣੀ। ਕੱਲ ਆਪਾਂ ਵਿਚਾਰ ਰਹੇ ਸੀ ਜੋਗੀ ਦੇ ਬਾਰੇ ਕਿ ਜੋਗੀ ਜਿਹੜਾ ਹੱਥ ਕਰਕੇ ਤੰਤੀ ਵਜਾਉਂਦਾ ਹੈ ਤੇ ਉਸ ਨੂੰ ਸਤਿਗੁਰੂ ਸਮਝਾਉਂਦੇ ਸੀ ਬਈ ਤੂੰ ਕਿਵੇਂ ਭਗਤੀ ਕਰਨੀ ਹੈ। ਗੁਰਮਤਿ ਹਰ ਗੁਣ ਬੋਲੋ ਜੋਗੀ, ਗੁਰ ਦੀ ਮਤ, ਇਹ ਹਰੀ ਦੇ ਗੁਣ ਨੇ, ਇਹ ਬੋਲਣਾ ਹੁੰਦਾ ਹੈ। ਪਰ ਅੱਗੇ ਫਿਰ ਇਸ ਸ਼ਬਦ ਦੇ ਵਿੱਚ ਸਮਝਾਉਂਦੇ ਸੀ ਕਿ ਹੇ ਪ੍ਰਭੂ, ਇਹ ਸਭ ਤੈ ਹੀ ਪੈਦਾ ਕੀਤੇ ਨੇ, ਤੇਰੀ ਹੀ ਸ੍ਰਿਸ਼ਟੀ ਹੈ ਸਾਜੀ ਹੋਈ। ਜੋਗੀ ਜੰਗਮ ਸ੍ਰੇਸ਼ਟ ਸਭ ਤੁਮਰੀ, ਜੋ ਦੇਹੋ ਮਤੀ ਤਿਤ ਚਿਲ। ਜਿਹੇ ਜੀ ਤੂੰ ਕਿਸੇ ਨੂੰ ਮਤ ਦਿੰਦਾ ਹੈ ਉਵੇਂ ਜੀਵ ਚੱਲਦਾ ਹੈ। ਜਨ ਨਾਨਕ ਕੇ ਪ੍ਰਭ ਅੰਤਰਜਾਮੀ, ਹਰ ਲਾਭੋ ਮਨੁਆ ਪੇਲ। ਵੀ ਸਾਡਾ ਜਿਹੜਾ ਪ੍ਰਭੂ ਹੈ ਅੰਤਰਜਾਮੀ ਹੈ, ਸਾਡਾ ਜਿਹੜਾ ਸੁਆਮੀ ਹੈ, ਪ੍ਰਭੂ ਹੈ, ਅੰਤਰਜਾਮੀ ਹੈ। ਸਾਡੇ ਮਨ ਨੂੰ ਉਸਨੇ ਆਪਣੇ ਨਾਲ ਜੋੜਿਆ ਹੈ, ਆਪਣੇ ਚਰਨਾਂ ਨਾਲ ਜੋੜਿਆ ਹੈ। ਸਾਨੂੰ ਚਲਾਉਣ ਵਾਲਾ ਉਹ ਹੈ। ਅਤੇ ਜਿਹੜੇ ਜੋਗੀ ਜੰਗਮ ਉਹ ਵੀ ਉਸੇ ਦੇ ਸਾਜੇ ਨੇ, ਸਾਰੀ ਸ੍ਰਿਸ਼ਟੀ ਉਸੇ ਦੀ ਹੈ। ਜਿਹੋ ਜਿਹੀ ਮੱਤ ਦਿੰਦਾ ਹੈ ਉਵੇਂ ਜੀਵ ਚੱਲਦਾ ਹੈ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅਗਲੇ ਸ਼ਬਦ ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਸ਼ਬਦ, ਆਸਾ ਮਹੱਲਾ ਚੌਥਾ। ਰਹੋ ਪੰਕਤੀਆਂ ਨੇ। ਮੇਰਾ ਮਨ ਐਸੀ ਭਗਤ ਬਣ ਆਈ। ਸਮਝਾਉਂਦੇ ਨੇ ਕਿ ਮੇਰੇ ਮਨ ਦੇ ਵਿੱਚ ਐਸੀ ਭਗਤ ਬਣ ਗਈ ਹੈ, ਐਸਾ ਮੇਰੇ ਭਗਤੀ ਦਾ ਤਰੀਕਾ ਬਣ ਗਿਆ ਹੈ। ਹਾਂ ਹਰ ਬਿਨ ਖਿਨ ਪਲ ਰਹਿ ਨਾ ਸਕੂੰ, ਕਿ ਮੈਂ ਹੁਣ ਹਰੀ ਤੋਂ ਬਿਨਾਂ ਇੱਕ ਖਿਨ ਪਲ ਵੀ ਰਹਿ ਨਹੀਂ ਸਕਦਾ। ਜੈਸੇ ਜਲ ਬਿਨ ਮੀਨ ਮਰ ਜਾਈ, ਵੀ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਰਹਿ ਸਕਦੀ, ਮਰ ਜਾਂਦੀ ਹੈ। ਇੱਦਾਂ ਹੀ ਸਤਿਗੁਰੂ ਸਮਝਾਉਂਦੇ ਨੇ ਸਤਿਗੁਰੂ ਜੀ ਕਿ ਸਾਡੇ ਹੁਣ ਮਨ ਦੇ ਵਿੱਚ ਐਸੀ ਭਗਤੀ ਬਣ ਗਈ ਹੈ, ਪਿਆਰ ਪੈ ਗਿਆ ਕਿ ਉਸ ਤੋਂ ਬਿਨਾਂ ਅਸੀਂ ਰਹਿ ਨਹੀਂ ਸਕਦੇ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਸ਼ਬਦ ਸ਼ੁਰੂ ਕਰਦੇ ਹਾਂ ਆਪਾਂ। ਸੁਧਾਰਨਾ ਦਿੰਦੇ ਨੇ ਸੰਸਾਰੀ ਲੋਕਾਂ ਦੀਆਂ ਕਿ ਜਿਹੜੇ ਲੋਕ ਕਿਵੇਂ ਕਰਦੇ ਨੇ ਭਗਤੀ। ਕਹਿੰਦੇ ਕਬ ਕੋ ਭਾਲੈ ਘੁੰਗਰੂ ਤਾਲਾ, ਕਬ ਕੋ ਬਜਾਵੈ ਰਬਾਬ। ਕਦੇ ਕੋਈ ਘੁੰਗਰੂਆਂ ਨੂੰ ਭਾਲਦਾ, ਘੁੰਗਰੂ ਬੰਨ੍ਹਦਾ ਹੈ, ਤਾਲ ਵਜਾਉਂਦਾ ਹੈ, ਕੋਈ ਰਬਾਬ ਵਜਾਉਂਦਾ ਹੈ। ਹਰ ਇੱਕ ਜੋ ਵੀ ਸਾਜ਼ ਹੈ ਉਸ ਨੂੰ ਤਿਆਰ ਕਰਨ ਵਾਸਤੇ ਸਮਾਂ ਲੱਗਦਾ ਹੈ। ਆਪਤ ਜਾਤ ਬਾਰ ਖਿਨ ਲਾਗੈ। ਕਹਿੰਦੇ ਇੱਦਾਂ ਕਰਨ ਵਾਸਤੇ ਕੁਛ ਨਾ ਕੁਛ ਸਮਾਂ ਤਾਂ ਲੱਗਦਾ ਹੀ ਹੈ, ਚਾਹੇ ਥੋੜ੍ਹਾ ਹੀ ਲੱਗਦਾ ਲੇਕਿਨ ਲੱਗਦਾ ਹੈ। ਹਾਂ ਤਬ ਲਗ ਸਮਾਰੂ ਨਾਮ। ਪਰ ਅਸੀਂ ਕਹਿੰਦੇ ਇੱਕ ਸਮਾਂ ਬਿਲਕੁਲ ਕੋਈ ਸਮਾਂ ਵਿਅਰਥ ਨਹੀਂ ਜਾਣ ਦਿੰਦੇ। ਅਸੀਂ ਆਪਣਾ ਨਾਮ ਨੂੰ ਸੰਭਾਲਦੇ ਰਹਿੰਦੇ ਹਾਂ, ਕਿਉਂਕਿ ਜਦੋਂ ਨਾਮ ਦੇ ਨਾਲ ਜੀਵ ਜੁੜ ਜਾਂਦਾ ਹੈ ਫਿਰ ਉਹ ਜਿਹੜੇ ਬਾਹਰੀ ਪਖੰਡ ਨੇ
ਉਹਨਾਂ ਦੇ ਨਾਲ ਉਹ ਨਹੀਂ ਕਰਦਾ, ਕਿਉਂਕਿ ਭਗਤੀ ਤਾਂ ਪ੍ਰੇਮ ਭਗਤੀ ਹੈ। ਜਦ ਤੱਕ ਜੀਵਾਂ ਨੂੰ ਗਿਆਨ ਨਹੀਂ, ਉਨੀ ਦੇਰ ਉਹ ਕੋਈ ਘੁੰਗਰੂ, ਕੋਈ ਤਾਲ ਵਜਾਉਂਦਾ, ਕੋਈ ਰਬਾਬ ਵਜਾਉਂਦਾ ਹੈ। ਪਰ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ, ਉਹ ਫਿਰ ਪ੍ਰਭੂ ਦੇ ਨਾਲ ਪਿਆਰ ਪਾਉਂਦੇ ਨੇ, ਕਿਉਂਕਿ ਪਿਆਰ ਹੀ ਭਗਤੀ ਹੈ। ਇਸੇ ਕਰਕੇ ਦੱਸਿਆ ਕਿ ਮੇਰੇ ਮਨ ਐਸੀ ਭਗਤ ਬਨ ਆਈ। ਕਬ ਕੋ ਮੇਲੈ ਪੰਜ ਸਤ ਗਾਇਨ, ਕਬ ਕੋ ਰਾਗ ਧੁਨ ਉਠਾਵੇ। ਕੋਈ ਧੁਨ ਉਠਾਉਂਦਾ ਹੈ, ਪਹਿਲਾਂ ਤਾਲਾਂ ਨੂੰ ਮੇਲਦਾ ਹੈ, ਰਾਗਾਂ ਨੂੰ, ਫਿਰ ਉਹ ਧੁਨ ਉਠਾਉਂਦਾ ਹੈ। ਉਸ ਵਾਸਤੇ ਵੀ ਸਮਾਂ ਲੱਗਦਾ ਹੈ। ਮੇਲ ਚੁਣਤ ਖਿਨ ਪਲ ਚਸਾ ਲਾਗੈ। ਕਹਿੰਦੇ ਇਸ ਵਾਸਤੇ, ਇਸ ਨੂੰ ਸੁਰਾਂ ਨੂੰ ਮਿਲਾਉਣ ਵਾਸਤੇ ਕੁਛ ਨਾ ਕੁਛ ਸਮਾਂ ਲੱਗਦਾ ਹੈ। ਤਬ ਲਗ ਮੇਰਾ ਮਨ ਰਾਮ ਗੁਣ ਗਾਵੇ। ਪਰ ਸਾਡਾ ਮਨ ਵਿਅਰਥ ਨਹੀਂ ਜਾਣ ਦਿੰਦਾ ਕੁਛ ਵੀ, ਉਸ ਸਮੇਂ ਵੀ ਰਾਮ ਦੇ ਗੁਣ ਗਾਉਂਦਾ ਹੈ। ਗੁਣ ਗਾਉਣਾ ਕੀ ਹੈ? ਥੋੜ੍ਹੇ ਚਿਰ ਦਾ ਖੇਲ ਹੈ, ਇੱਕ ਗੁਰ ਦਾ ਗਿਆਨ ਦੇ ਦੇਣਾ। ਕਿਉਂਕਿ ਭਗਤਾਂ ਦੇ ਨਾਲ ਤਾਂ ਅੱਧੀ ਘੜੀ ਵੀ ਬਹੁਤ ਹੈ, ਜੇ ਅਸੀਂ ਤੱਤ ਗਿਆਨ ਲਈਏ। ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਅੱਧੀ ਤੋਂ ਵੀ ਅੱਧੀ ਘੜੀ। ਭਗਤ ਸੇਤੇ ਗੋਸ਼ਟ ਹੈ ਜੋ ਕੀਨੋ, ਭਗਤਨ ਸੇਤੀ ਗੋਸ਼ਟ ਹੈ ਜੋ ਕੀਨੋ ਸਲਾਹ। ਥੋੜ੍ਹਾ ਸਮਾਂ ਬਸ ਇੱਕ ਵਿਧ ਸਿੱਖਣੀ ਹੈ, ਇੱਕ ਜੁਗਤ ਸਿੱਖਣੀ ਹੈ, ਸਿੱਖ ਕੇ ਅਸੀਂ ਕਰਨਾ ਹੈ। ਇੰਨਾ ਹੀ ਗੁਣ ਗਾ ਦਿੰਦੇ, ਕਿਉਂਕਿ ਇੰਨਾ ਕੁ ਸਮਾਂ ਜੀਵਾਂ ਨੂੰ, ਰਾਗਾਂ ਸੁਰਾਂ ਨੂੰ ਦੇਖਦੇ ਹਾਂ ਆਪਾਂ, ਕਿੰਨਾ ਕਿੰਨਾ ਸਮਾਂ ਧੁਨਾਂ ਕੱਢੀ ਜਾਂਦੇ ਨੇ, ਰਾਗਾਂ ਨੂੰ ਸਵਾਰੀ ਜਾਂਦੇ ਨੇ, ਤਪਲਿਆਂ ਨੂੰ ਕਸੀ ਜਾਂਦੇ ਨੇ। ਇਹ ਸਾਰਾ ਕੁਛ ਇੱਧਰ ਇੰਨੇ 'ਚ ਹੀ ਗਿਆਨ ਹੀ ਦੇ ਹੋ ਜਾਂਦਾ, ਪ੍ਰਭੂ ਦੇ ਗੁਣ ਵੀ ਗਾਹ ਹੋ ਜਾਂਦੇ ਨੇ। ਕਬ ਕੋ ਨਾਚੈ ਪਾਪ ਪਸਾਰੈ, ਕਬ ਕੋ ਹਾਥ ਪਸਾਰੈ। ਕਦੇ ਕੋਈ ਨੱਚਦਾ, ਪੈਰ ਪਸਾਰਦਾ ਹੈ, ਕਦੇ ਕੋਈ ਹੱਥ ਪਸਾਰਦਾ ਹੈ ਉੱਧਰ ਅੱਧਰ ਨੂੰ, ਜਦੋਂ ਨੱਚਦਾ ਟੱਪਦਾ ਹੈ। ਕਿਉਂਕਿ ਲੋਕ ਨੱਚ ਟੱਪ ਕੇ ਭਗਤੀ ਕਰਦੇ ਨੇ, ਪਰ ਮਹਾਰਾਜ ਸਮਝਾਉਂਦੇ ਨੇ ਨੱਚਿਆਂ ਟੱਪਿਆਂ ਭਗਤ ਨਾ ਹੋਏ। ਹਸਤ ਪਾਪ ਪਸਾਰਤ ਬਿਲਮ ਤਿਲ ਲਾਗੈ। ਕਹਿੰਦੇ ਇਸ ਸਾਰਾ ਕੁਛ ਕਰਨ ਦੇ ਵਾਸਤੇ ਵੀ ਸਮਾਂ ਲੱਗਦਾ ਹੈ, ਧਿਆਨ ਉੱਧਰ ਅੱਧਰ ਜਾਂਦਾ ਹੈ। ਤਬ ਲਗ ਮੇਰਾ ਮਨ ਰਾਮ ਸਮਾਰੈ। ਕਹਿੰਦੇ ਉਨਾ ਸਮਾਂ ਵੀ, ਇੰਨੇ ਸਮੇਂ 'ਚ ਤਾਂ ਅਸੀਂ ਰਾਮ ਨੂੰ ਸੰਭਾਲ ਲੈਂਦੇ ਹਾਂ, ਰਾਮ 'ਚ ਚਿੱਤ ਜੋੜ ਲੈਂਦੇ ਹਾਂ, ਜਿੰਨਾ ਸਮਾਂ ਕੋਈ ਸਾਜ਼ਾਂ ਨੂੰ ਤਿਆਰ ਕਰਦਾ ਹੈ ਜਾਂ ਹੱਥ ਪੈਰ ਪਸਾਰਦਾ ਹੈ ਨੱਚਣ ਟੱਪਣ ਦੇ ਵਾਸਤੇ। ਕਿਉਂਕਿ ਪ੍ਰਭੂ ਦੀ ਭਗਤੀ ਤਾਂ ਇੱਕ ਖਿਣ ਪਲ ਹੀ ਨਾਮ ਮਨ ਦੇ ਵਿੱਚ ਵਸ ਗਿਆ ਅਤੇ ਸਾਡਾ ਪ੍ਰਵਾਨ ਹੋ ਜਾਂਦਾ ਹੈ। ਕਿਣਕਾ ਇੱਕ ਵਸ ਜਾਵੇ ਮਨ ਦੇ ਵਿੱਚ, ਕਿਣਕਾ ਇੱਕ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੈ। ਖਿਣ ਪਲ ਹਰ ਨਾਮ ਮਨ ਵਸੈ, ਸਭ 68 ਤੀਰਥ ਨਾਏ। ਕਬ ਕੋ ਲੋਗਨ ਕੋ ਪਤੀਆਵੈ, ਲੋਕ ਪਤੀਨੇ ਨਾ ਪਤ ਹੋਏ। ਇੱਦਾਂ ਜੀਵ ਬਾਹਰੀ ਕੋਈ ਘੁੰਗਰੂ ਤਾਲੇ ਬੰਨ੍ਹ ਕੇ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਹੈ, ਕੋਈ ਰਾਗਾਂ ਨੂੰ ਦੇ ਨਾਲ ਗਾ ਕੇ, ਕੋਈ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਭਗਤ ਹਾਂ। ਪਰ ਲੋਕਾਂ ਨੂੰ ਜੇ ਅਸੀਂ ਵਿਸ਼ਵਾਸ ਦਵਾ ਵੀ ਦਈਏ, ਪਰ ਅੱਗੇ ਪਤ ਨਹੀਂ ਮਿਲਣੀ ਫਿਰ ਵੀ, ਕਿਉਂਕਿ ਅੱਗੇ ਨਾਮ ਤੋਂ ਬਿਨਾਂ ਸਾਨੂੰ ਪਤ ਨਹੀਂ ਮਿਲਣੀ, ਮਾਣ ਨਹੀਂ ਮਿਲਣਾ। ਇਸ ਕਰਕੇ ਸਮਝਾਉਂਦੇ ਨੇ ਕਿ ਉਸ ਲੋਕਾਂ ਨੂੰ ਤਾਂ ਪਤਿਆ ਸਕਦਾ, ਲੋਕਾਂ ਨੂੰ ਤਾਂ ਭਰਮ ਦੇ ਵਿੱਚ ਪਾ ਸਕਦਾ ਹੈ, ਪਰ ਪਰਮੇਸ਼ਰ ਨੂੰ ਨਹੀਂ। ਜਨ ਨਾਨਕ ਹਰ ਹਿਰਦਾ ਸਦ ਧਿਆਵੋ, ਤਾਂ ਜੈ ਜੈਕਾਰ ਕਰੇ ਸਭ ਕੋਏ।
ਤੇ ਸਤਿਗੁਰੂ ਸਮਝਾਉਂਦੇ ਨੇ ਭਾਈ ਜਨਾਂ ਦਾ ਸੰਗ ਕਰੋ, ਜਨਾਂ ਦਾ ਸੰਗ ਕਰਕੇ ਪ੍ਰਭੂ ਨੂੰ ਹਿਰਦੇ ਦੇ ਵਿੱਚ ਧਿਆਓ, ਕਿਉਂਕਿ ਜਨ ਹਿਰਦੇ 'ਚ ਧਿਆਉਂਦੇ ਨੇ। ਫਿਰ ਉਹਨਾਂ ਦੀ ਜੈ ਜੈਕਾਰ ਸੰਸਾਰ ਵਿੱਚ ਵੀ ਅਤੇ ਦੇਵਲੋਕ ਦੇ ਵਿੱਚ ਵੀ ਉਹਨਾਂ ਦੀ ਜੈ ਜੈਕਾਰ ਹੋਏਗੀ। ਜਿਹੜੇ ਹਿਰਦੇ 'ਚ ਵਸਾਉਂਦੇ ਨੇ, ਜਿਹੜੇ ਬਾਹਰੀ ਦਿਖਾਵੇ ਕਰਦੇ ਨੇ, ਜਿਹਨੂੰ ਮਤਲਬ ਸਮਝਾਉਂਦੇ ਨੇ ਘੁੰਗਰ ਖੜਕ ਤਿਆਗ ਵਿਸੂਰੇ, ਨਾਰ ਦੀ ਨਰ ਹਰ ਜਾਨ ਹਦੂਰੇ, ਘੁੰਗੜ ਖੜਕ ਤਿਆਗ ਵਿਸੂਰੇ। ਵੀ ਸਾਰਾ ਕੁਝ ਛੱਡ ਦੇ, ਉਹਨੂੰ ਸਾਹਮਣੇ ਦੇਖ। ਇਹ ਭਗਤੀ ਹੈ, ਹਿਰਦੇ 'ਚ ਧਿਆਉਣਾ, ਕਿਉਂਕਿ ਪਰਮੇਸ਼ਰ ਧਿਆਉਣ ਦੇ ਵਿੱਚ ਹੈ। ਪਰਮੇਸ਼ਰ ਕੋਈ ਗਾਉਣ ਦੇ ਵਿੱਚ ਨਹੀਂ ਹੈ। ਗਾਉਣਾ ਹੈ ਜੋ ਉਹ ਲਿਖਿਆ ਜਾਂਦਾ ਹੈ ਅੱਖਰ ਨੇ, ਅਤੇ ਪਰਮੇਸ਼ਰ ਅੱਖਰਾਂ ਦੇ ਵਿੱਚ ਨਹੀਂ ਹੈ, ਕਹਿਣ ਕਥਨ ਦੇ ਵਿੱਚ ਨਹੀਂ ਹੈ, ਸਿਰਫ ਧਿਆਉਣ ਦੇ ਵਿੱਚ ਹੈ। ਆਓ ਅਗਲਾ ਫਿਰ ਸ਼ਬਦ ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਆਸਾ ਮਹੱਲਾ ਚੌਥਾ। ਰਹੋ ਪੰਕਤੀਆਂ ਨੇ ਹਰ ਜਨ ਨਾਚੋ ਹਰ ਹਰ ਧਿਆਏ, ਕਿ ਹਰੀ ਦੇ ਜਨਾਂ ਦੇ ਕੋਲ ਜਾ ਕੇ ਇਹ ਸਿੱਖੋ ਕਿ ਨੱਚਣਾ ਕੀ ਹੈ, ਹਰੀ ਨੂੰ ਕਿਵੇਂ ਧਿਆਉਣਾ ਹੈ। ਜਿਵੇਂ ਆਪਾਂ ਸਰੀਰ ਟੱਪਦੇ, ਇੱਥੇ ਕੀ ਆਪਾਂ ਮਨ ਨੂੰ ਵਾਰ ਵਾਰ ਨਚਾਉਂਦੇ ਹਾਂ, ਧਿਆਨ ਲਗਾਉਂਦੇ ਹਾਂ, ਧਿਆਉਂਦੇ ਹਾਂ। ਕਿਤੇ ਆਪਾਂ ਧਿਆਨ ਉੱਤੇ ਲੈ ਜਾਂਦੇ, ਕਿਤੇ ਸਾਹਮਣੇ, ਕਿਤੇ ਨੀਚੇ, ਵਾਰ ਵਾਰ ਧਿਆਉਣ ਨੂੰ ਹੀ ਨੱਚਣਾ ਮਨ ਦਾ ਕਿਹਾ ਹੈ। ਇਹ ਮਨ ਨਾਚੈ ਸਤਿਗੁਰ ਕੈ ਆਗੈ, ਸਤਿਗੁਰ ਦੇ ਅੱਗੇ ਨੱਚਦਾ ਹੈ, ਲੇਕਿਨ ਸਰੀਰ ਨਹੀਂ। ਇਸ ਦੇ ਨੱਚਣ ਵਾਸਤੇ ਨਾ ਸਾਨੂੰ ਹੱਥ ਪੈਰ ਪਸਾਰਨੇ ਪੈਂਦੇ ਨੇ, ਨਾ ਸਾਨੂੰ ਕੋਈ ਸਾਜ਼ ਤਿਆਰ ਕਰਨੇ ਪੈਂਦੇ ਨੇ। ਇਸ ਕਰਕੇ ਇੱਥੇ ਸਾਨੂੰ ਫਿਰ ਸਮਝਾਇਆ ਹੈ ਕਿ ਹਰ ਜਨ ਨਾਚੋ ਹਰ ਹਰ ਧਿਆਏ, ਐਸੇ ਸੰਤ ਮਿਲੇ ਮੇਰੇ ਭਾਈ, ਹਮ ਜਨ ਕੇ ਤੋਬੈ ਪਾਏ। ਵੀ ਸਾਨੂੰ ਐਸੇ ਜਨ ਮਿਲੇ, ਐਸੇ ਸੰਤ ਮਿਲੇ ਜਿਨ੍ਹਾਂ ਦੇ ਬਚਨਾਂ ਨੂੰ, ਪੈਰ ਧੋਣੇ ਕੀ ਹੈ ਕਿ ਉਹਨਾਂ ਦੇ ਬਚਨਾਂ ਨੂੰ ਕਮਾਉਣਾ, ਉਹਨਾਂ ਦੇ ਦੱਸੇ ਮਾਰਗ 'ਤੇ ਚੱਲਣਾ। ਉਹ ਕੀ ਦੱਸਦੇ ਨੇ ਕਿ ਨਾਮ ਕਿਵੇਂ ਧਿਆਉਣਾ ਹੈ। ਉਹਨਾਂ ਦੀ ਸੇਵਾ ਵੀ ਕੀ ਹੈ, ਨਾਮ ਧਿਆਉਣਾ। ਸੰਤ ਕੀ ਸੇਵਾ ਨਾਮ ਧਿਆਈਏ, ਅਤੇ ਉਹਨਾਂ ਦਾ ਸੰਗ ਕਰਕੇ ਫਿਰ ਉਹ ਦੱਸਦੇ ਨੇ ਕਿਵੇਂ ਧਿਆਉਣਾ। ਉੱਥੇ ਮਨ ਨੱਚਦਾ ਹੈ, ਉਹਨਾਂ ਦੇ ਬਚਨਾਂ ਤੋਂ ਅਸੀਂ ਬਲਿਹਾਰੇ ਜਾਂਦੇ ਹਾਂ। ਇਹ ਰਹੋ ਪੰਕਤੀਆਂ ਨੇ। ਆਓ ਸ਼ੁਰੂ ਕਰਦੇ ਸ਼ਬਦ ਆਪਾਂ। ਸਤ ਸੰਗਤ ਮਿਲਿਆ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਸੱਚੀ ਸੰਗਤ ਕਹਿੰਦੇ ਮਿਲੀਏ, ਸੱਚੀ ਸੰਗਤ ਹੈ ਜਿੱਥੇ ਸਾਧੂ ਜਨ ਨੇ, ਜਿੱਥੇ ਹਰੀ ਦੇ ਗੁਣ ਗਾਏ ਜਾਂਦੇ ਨੇ। ਪਰ ਕਦੋਂ ਗਾਉਂਦਾ ਹੈ ਜੀਵ, ਜਦੋਂ ਪ੍ਰਭੂ ਨੂੰ ਪਾਉਂਦਾ ਹੈ। ਕਿੰਨੇ ਕੁ ਗਾਉਣ ਵਾਲੇ ਨੇ, ਕਰੋੜਾਂ 'ਚ ਕੋਈ ਹੁੰਦਾ ਹੈ ਐਸਾ ਜਿਹੜਾ ਗੁਣ ਗਾਉਂਦਾ ਹੈ ਪ੍ਰਭੂ ਦੇ, ਜਿਹਨੂੰ ਮਹਾਰਾਜ ਸਮਝਾਉਂਦੇ ਨੇ ਓੰਕਾਰ ਏਕ ਧੁਨ ਏਕ ਹੈ, ਏਕੋ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੈ, ਏਕੋ ਰਿਹਾ ਵਿਆਪੈ, ਏਕਾ ਸੁਰਤ ਏਕ ਹੀ ਸੇਵਾ, ਏਕੋ ਗੁਰ ਤੇ ਜਾਪੈ, ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਰਹਾਓ। ਪਾਂਚ ਬਚਿੱਤਰਾ ਕਰੇ ਸੰਤੋਖਾ, ਸਾਤ ਸੁਰਾਂ ਲੈ ਚਾਲੈ, ਬਾਜਾ ਮਾਨ ਤਾਨ ਤਜ ਤਾਨਾ, ਪੈਰ ਨ ਬੀਗਾ ਘਾਲੈ, ਫੇਰੀ ਫੇਰ ਨ ਹੋਵੇ ਕਬਹੂ, ਏਕ ਸ਼ਬਦ ਬੰਦ ਪਾਲੈ। ਇੱਕ ਸ਼ਬਦ ਦਾ ਗਿਆਨ ਹੈ, ਉਸ ਨੂੰ ਆਪਾਂ ਆਪਣੇ ਲੜ ਮੰਨ ਲੈਣਾ ਹੁੰਦਾ, ਹਿਰਦੇ 'ਚ ਵਸਾ ਲੈਣਾ ਹੈ। ਨਾਰ ਦੀ ਨਰ ਹਰ ਜਾਨ ਹਦੂਰੇ, ਘੁੰਗੜ ਖੜਗ ਤਿਆਗ ਵਿਸੂਰੇ। ਠਾਕੁਰ ਆਪਣੇ ਜੋ ਜਨ ਪਾਇਆ, ਕੋਟ ਮਦੈ ਕਿਨ ਕੀਰਤਨ ਗਾਇਆ। ਕਰੋੜਾਂ 'ਚ ਕੋਈ ਹੈ ਜਿਹੜਾ ਕੀਰਤਨ ਗਾਉਂਦਾ। ਕਦੋਂ ਗਾਉਂਦਾ, ਜਦੋਂ ਪ੍ਰਭੂ ਨੂੰ ਪਾ ਗਿਆ। ਸਾਧ ਸੰਗਤ ਕੀ ਜਾਵੋ ਟੇਕ,
कहो नानक तेह कीर्तन एक। ਇਸ ਕਰਕੇ ਕਹਿੰਦੇ ਸਾਧੂ ਜਨਾਂ ਦੀ ਸੰਗਤ ਜਾਓ, ਉੱਥੇ ਇੱਕ ਹੀ ਕੀਰਤਨ ਹੈ ਕਿ ਕਿਵੇਂ ਆਪਾਂ ਪ੍ਰਭੂ ਨੂੰ ਧਿਆਉਣਾ ਹੈ, ਕਿਵੇਂ ਸੇਵਾ ਕਰਨੀ ਹੈ। ਇੱਕੋ ਗਿਆਨ ਹੈ, ਇੱਕੋ ਗੁਰ ਹੈ, ਇੱਕੋ ਸੇਵਾ ਹੈ। ਪਰ ਆਪ ਪਹਿਲਾਂ ਰਾਮ 'ਚ ਰਮ ਕੇ ਫਿਰ ਉਹਦੇ ਰਾਮ ਦੇ ਗੁਣ ਗਾਉਂਦੇ ਨੇ। ਰਾਮ ਰਮਾ ਰਾਮਾ ਗੁਣ ਗਾਓ। ਇਸ ਕਰਕੇ ਇੱਥੇ ਸਾਨੂੰ ਸਮਝਾਉਂਦੇ ਨੇ ਵੀ ਐਸੀ ਸੰਗਤ ਦੇ ਵਿੱਚ ਫਿਰ ਗੁਣ ਗਾਏ ਜਾਂਦੇ ਨੇ। ਸਤ ਸੰਗਤ ਮਿਲਿਆ ਹਰ ਸਾਧੂ, ਮਿਲ ਸੰਗਤ ਹਰ ਗੁਣ ਗਾਏ। ਗਿਆਨ ਰਤਨ ਬਲਿਆ ਘਟ ਚਾਨਣ, ਅਗਿਆਨ ਅੰਧੇਰਾ ਜਾਏ। ਕਹਿੰਦੇ ਉਹਦੇ ਨਾਲ ਕੀ ਹੁੰਦਾ, ਸਾਧੂ ਜਨਾਂ ਦੀ ਸੰਗਤ 'ਚ ਆ ਕੇ ਉੱਥੇ ਫਿਰ ਗਿਆਨ ਕਿਹੜਾ ਲੈਂਦੇ ਨੇ, ਪ੍ਰਚੰਡ ਗਿਆਨ। ਉਹ ਗਿਆਨ ਰਤਨ ਸਾਡੇ ਅੰਦਰ ਪ੍ਰਗਟ ਹੋ ਜਾਂਦਾ ਹੈ। ਜਿਵੇਂ ਘਰ 'ਚ ਦੀਵਾ ਜਗਾ ਦਈਏ, ਲਾਈਟਾਂ ਆ ਗਈਆਂ, ਹੁਣ ਬਿਜਲੀ ਹੈ, ਬੱਲਬ ਵਜਾ ਦਈਏ, ਅੰਦਰ ਅੰਧੇਰਾ ਹੋ ਜਾਂਦਾ ਹੈ, ਜਗਾ ਦਈਏ, ਅੰਧੇਰਾ ਖਤਮ ਹੋ ਜਾਂਦਾ ਹੈ, ਪ੍ਰਕਾਸ਼ ਹੋ ਜਾਂਦਾ, ਕਿਉਂਕਿ ਦੋਨੇ ਇਕੱਠੇ ਨਹੀਂ ਰਹਿ ਸਕਦੇ। ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਗਿਆਨ ਦਾ ਦੀਪਕ ਬਲ ਪੈਂਦਾ ਹੈ ਤੇ ਅਗਿਆਨਤਾ ਖਤਮ ਹੋ ਜਾਂਦੀ ਹੈ। ਅਗਿਆਨ ਅੰਧੇਰਾ ਜਾਏ। ਹਰ ਹਰ ਨਾਮ ਜਪੋ ਮਨ ਮੇਰੇ, ਅਨ ਦਿਨ ਹਰ ਲਿਵ ਲਾਏ। ਫਿਰ ਅਨ ਦਿਨ ਹਰੀ ਦੇ ਨਾਲ ਲਿਵ ਜੋੜ ਕੇ ਹਰੀ ਦੇ ਨਾਮ ਨੂੰ ਜਪਦੇ ਨੇ ਜੀਵ। ਉਹ ਜਪਦੇ ਨੇ ਜਿਨ੍ਹਾਂ ਨੇ ਲਿਵ ਜੋੜੀ ਹੈ, ਜਿਨ੍ਹਾਂ ਦੀ ਅਨ ਦਿਨ ਹਰੀ ਦੇ ਨਾਲ ਲਿਵ ਜੋੜੀ ਹੈ। ਉਹ ਸਾਨੂੰ ਇਹ ਗਿਆਨ ਦਿੰਦੇ ਨੇ। ਜੋ ਇੱਛਾ ਹੋ ਸੋਈ ਫਲ ਪਾਵੋ, ਫਿਰ ਭੂਖ ਨਾ ਲਾਗੈ ਆਏ। ਫਿਰ ਜੋ ਮਨ ਇੱਛਦਾ ਉਹ ਫਲ ਮਿਲਦਾ ਹੈ। ਪਰ ਇੱਥੇ ਆਪਾਂ ਧਿਆਨ ਰੱਖਣਾ ਹੈ ਕਿ ਮਨ ਦੀਆਂ ਇੱਛਾਵਾਂ ਹੋਰ ਨੇ। ਜਦੋਂ ਮਨ ਜਾਗ ਪੈਂਦਾ, ਮਨ ਨਾਮ ਤੋਂ ਬਿਨਾਂ ਕੁਛ ਮੰਗਦਾ ਹੀ ਨਹੀਂ ਹੈ, ਕਿਉਂਕਿ ਜੇ ਨਾਮ ਮਿਲ ਗਿਆ ਸਭ ਕੁਛ ਹੀ ਮਿਲ ਗਿਆ। ਜੇ ਇੰਨਾ ਅਮੁੱਲ ਅਵਸਥਾ ਮਿਲ ਗਈ, ਕਿੱਡਾ ਨਾਮ ਹੈ, ਜਿੱਡਾ ਮਾਲਕ ਹੈ ਉੱਡੇ ਉਸ ਦਾ ਨਾਮ ਹੈ। ਜੇ ਵੜਾ ਆਪ ਤੇ ਵੜ ਤੇਰੀ ਦਾਤ। ਜੇ ਨਾਮ ਮਿਲ ਗਿਆ ਸਮਝ ਲਓ ਪਰਮੇਸ਼ਰ ਮਿਲ ਗਿਆ। ਮਨ ਦੀ ਇੱਛਾ ਕੀ ਰਹਿ ਜਾਂਦੀ ਹੈ, ਪ੍ਰਭੂ ਦੇ ਦਰਸ਼ਨ, ਪ੍ਰਭੂ ਦਾ ਮਿਲਾਪ, ਪ੍ਰਭੂ ਦੇ ਚਰਨਾਂ ਦੇ ਵਿੱਚ ਜੁੜਨਾ। ਪ੍ਰੀਤ ਪ੍ਰਭੂ ਦੇ ਚਰਨਾਂ ਦੇ ਵਿੱਚ ਲੱਗ ਜਾਵੇ। ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਫਿਰ ਮਨ ਦੀ ਇੱਛਾ ਪੂਰੀ ਹੋ ਜਾਂਦੀ ਹੈ, ਭੁੱਖ ਨਹੀਂ ਲੱਗਦੀ, ਮਨ ਤ੍ਰਿਪਤ ਹੋ ਜਾਂਦਾ ਹੈ। ਜੋ ਸੰਸਾਰੀ ਭੁੱਖਾਂ ਮਨ ਦੀਆਂ ਖਤਮ ਹੋ ਜਾਂਦੀਆਂ ਨੇ। ਆਪੇ ਹਰ ਅਪਰੰਪਰ ਕਰਤਾ, ਹਰ ਆਪੇ ਬੋਲ ਬੁਲਾਏ। ਫਿਰ ਹਰੀ ਆਪ ਅਪਰੰਪਰ ਹੈ, ਹਰ ਸਾਏ ਕਰਤਾ ਪੁਰਖ ਜੋ ਹੈ। ਆਪਣੇ ਜਨਾਂ ਤੋਂ ਫਿਰ ਆਪ ਆਪਣੇ ਬੋਲ ਬੁਲਾਉਂਦਾ ਹੈ, ਆਪ ਆਪਣੇ ਗੁਣ ਗਵਾਉਂਦਾ ਹੈ। ਜੀਵ ਤੂੰ ਬੁਲਾਏ ਤੇ ਬੋਲਾਂ ਸੁਆਮੀ, ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਗੁਣ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਕਿਉਂਕਿ ਸਾਧੂ ਸੰਗਤ ਪ੍ਰਭੂ ਦੀ ਅਤ ਪਿਆਰੀ ਹੈ। ਉੱਥੇ ਆਪ ਆਪਣੇ ਬੋਲ ਬੁਲਾਉਂਦਾ ਹੈ। ਸਭ ਤੋਂ ਪਿਆਰੀ ਜਿਹੜੀ ਪ੍ਰਭੂ ਨੂੰ ਕੀ ਹੈ, ਸਾਧ ਸੰਗਤ, ਜਿੱਥੇ ਆਪ ਪ੍ਰਗਟ ਰੂਪ 'ਚ ਵਸਦਾ ਹੈ, ਆਪ ਵੇਖਦਾ, ਆਪ ਵਿਚਾਰ ਕਰਦਾ, ਆਪ ਬੁਲਾਉਂਦਾ ਹੈ ਤੇ ਦੂਜਿਆਂ 'ਚ ਬੈਠ ਕੇ ਸੁਣਨ ਵਾਲਾ ਵੀ ਆਪ ਹੁੰਦਾ ਹੈ। ਆਪ ਕਥਾ ਆਪ ਸੁਣਨਾ ਹਰ। ਉਹ ਸਭ ਤੋਂ ਪਿਆਰੀ ਸੰਗਤ ਹੈ ਪ੍ਰਭੂ ਦੀ। ਉੱਥੇ ਫਿਰ ਇਹ ਗਿਆਨ ਦਿੱਤਾ ਜਾਂਦਾ ਹੈ। ਸੇਈ ਸੰਤ ਭਲੇ ਤੁਧ ਭਾਵੇ, ਜਿਨ ਕੀ ਪਤ ਪਾਵੈ ਥਾਏ। ਕਹਿੰਦੇ ਉਹੀ ਪੰਥ ਜਿਹੜੇ ਸੰਤ ਨੇ, ਭਲੇ ਨੇ, ਜਿਹੜੇ ਤੈਨੂੰ ਪਾਉਂਦੇ ਨੇ, ਜਿਨ੍ਹਾਂ ਦੀ ਪਤ ਤੂੰ ਥਾਂ ਪਾਉਂਦਾ ਹੈ, ਜਿਨ੍ਹਾਂ ਦੀ ਆਪਣੇ ਘਰ ਦੇ ਵਿੱਚ ਜਿਨ੍ਹਾਂ ਨੂੰ ਮਾਣ ਬਖਸ਼ਿਸ਼ ਕਰਦਾ ਹੈ, ਫਿਰ ਉੱਥੇ ਵਸਾ ਕੇ ਜਿਨ੍ਹਾਂ ਦੁਆਰਾ ਆਪਣਾ ਗਿਆਨ ਤੂੰ ਆਪ ਕਰਵਾਉਂਦਾ ਹੈ। ਜਿਵੇਂ ਬੁਲਾਉਂਦਾ ਉਵੇਂ ਬੋਲਦੇ ਨੇ। ਨਾਨਕ ਆਖ ਨਾ ਰੱਜੈ ਹਰ ਗੁਣ, ਜਿਉਂ ਆਖੈ ਤਿਉਂ ਸੁਖ ਪਾਏ। ਅਤੇ ਇੱਥੇ ਫਿਰ ਸਤਿਗੁਰ ਸਮਝਾਉਂਦੇ ਨੇ ਕਿ ਨਾਨਕ ਹੁਣ ਉਸ ਪ੍ਰਭੂ ਦੇ ਗੁਣਾਂ ਨੂੰ ਆਖ ਰੱਜਦਾ ਨਹੀਂ।
ਕਿਉਂਕਿ ਬੁਲਾਉਣ ਵਾਲਾ ਆਪ ਹੈ। ਜਿਵੇਂ ਉਹ ਬੁਲਾਉਂਦਾ ਉਵੇਂ ਬੋਲਦੇ ਹਾਂ, ਉਵੇਂ ਹੀ ਸੁੱਖ ਪ੍ਰਾਪਤ ਹੁੰਦਾ ਹੈ। ਇੱਛਾ ਰਹਿੰਦੀ ਹੈ, ਭੁੱਖ ਲੱਗੀ ਰਹਿੰਦੀ ਹੈ ਕਿ ਪ੍ਰਭੂ ਆਪਣੀ ਸਿਫਤ ਸਲਾਹ ਕਰਵਾਉਂਦਾ ਰਹੇ, ਆਪਣਾ ਗਿਆਨ, ਆਪਣੇ ਗੁਣ ਗਵਾਉਂਦਾ ਰਹੇ। ਕਦੇ ਰੱਜਦਾ ਨਹੀਂ, ਕਦੇ ਅੱਕਦਾ ਨਹੀਂ। ਭਗਤ ਭੰਡਾਰ ਦੀਏ ਹਰ ਆਪਣੇ, ਗੁਣ ਗਾਹਕ ਵਣਜ ਲੈ ਜਾਏ। ਕਹਿੰਦੇ ਆਪ ਪ੍ਰਭੂ ਨੇ ਆਪਣੇ ਭਗਤਾਂ ਨੂੰ ਇਹ ਭਗਤੀ ਦਾ ਭੰਡਾਰ ਬਖਸ਼ਿਸ਼ ਕੀਤਾ ਹੈ, ਗੁਣਾਂ ਦਾ ਭੰਡਾਰ ਆ ਬਖਸ਼ਿਸ਼ ਕੀਤਾ ਹੈ। ਜੇਕਰ ਕੋਈ ਗਾਹਕ ਆਉਂਦਾ ਹੈ ਗੁਣਾਂ ਦਾ, ਉਹ ਇਹ ਵਣਜ ਕਰਕੇ ਲੈ ਜਾਂਦਾ ਹੈ, ਉਹ ਗੁਣਾਂ ਨੂੰ ਲੈ ਜਾਂਦਾ ਹੈ। ਲੇਕਿਨ ਇਹ ਅਮੋਲਕ ਖਜ਼ਾਨਾ ਹੈ, ਇੱਥੇ ਕੁਛ ਲੈਂਦੇ ਨਹੀਂ, ਇਹ ਪ੍ਰਭੂ ਦਾ ਖਜ਼ਾਨਾ ਹੈ। ਪ੍ਰਭੂ ਕਹਿੰਦਾ ਹੈ ਵੀ 13 ਕਰਕੇ ਵਰਤਾ ਦਿਓ, ਕਿਉਂਕਿ ਆਪਾਂ ਸਾਰੇ ਉਸ ਦੇ ਬੱਚੇ ਹਾਂ। ਇਹ ਸਾਡਾ ਆਪਣਾ ਹੀ ਖਜ਼ਾਨਾ ਹੈ ਜਿਸ ਨੂੰ ਆਪਾਂ ਭੁੱਲੇ ਹਾਂ, ਅਤੇ ਫਿਰ ਉਹ ਜੀਵਾਂ ਦੁਆਰਾ ਪ੍ਰਭੂ ਸਾਨੂੰ ਉਹ ਬਖਸ਼ਿਸ਼ ਕਰਦਾ ਹੈ ਗੁਣ। ਅਤੇ ਜੋ ਵੀ ਗਾਹਕ ਹੁੰਦਾ ਗੁਣਾਂ ਦਾ, ਕਿਉਂਕਿ ਐਸੇ ਗੁਣਾਂ ਦੇ ਗਾਹਕ ਬਹੁਤ ਵਿਰਲੇ ਨੇ ਜਗ ਦੇ ਵਿੱਚ। ਸੰਸਾਰੀ ਚੀਜ਼ਾਂ ਦੇ ਬੜੇ ਨੇ, ਲੇਕਿਨ ਪ੍ਰਭੂ ਦੇ ਗੁਣਾਂ ਦੇ ਨਾਮ ਦੇ ਬਹੁਤ ਵਿਰਲੇ ਵਪਾਰੀ ਨੇ। ਪਰ ਜਿਹੜੇ ਆਉਂਦੇ ਨੇ ਉਹ ਇੱਕ ਵਣਜ ਕਰਕੇ ਲੈ ਜਾਂਦੇ ਨੇ, ਕਿਉਂਕਿ ਬਿਨਾਂ ਗੁਣਾ ਗਾਹਕ ਤੋਂ ਗੁਣ ਜੇ ਵੇਚੀਏ ਉਹ ਫਿਰ ਵਿਅਰਥ ਹੋ ਜਾਂਦਾ ਹੈ। ਜੇ ਗਾਹਕ ਮਿਲ ਜਾਵੇ ਤਾਂ ਬਹੁਤ ਕੀਮਤ ਮਿਲ ਜਾਂਦੀ ਹੈ। ਜਿਹਨੂੰ ਮਹਾਰਾਜ ਸਮਝਾਉਂਦੇ ਨੇ, ਬਿਨ ਗਾਹਕ ਗੁਣ ਵੇਚੀਏ ਤੋ ਗੁਣ ਸਹਿਗੋ ਜਾਏ, ਗੁਣਾ ਕਾ ਗਾਹਕ ਜੇ ਮਿਲੇ ਤਾਂ ਗੁਣ ਲੱਖ ਬਕਾਏ। ਇੱਦਾਂ ਫਿਰ ਜਿਹੜੇ ਗਾਹਕ ਨੇ ਉਹ ਵਣਜ ਕਰਕੇ ਲੈ ਜਾਂਦੇ ਨੇ। ਆਓ ਅੱਗੇ ਫਿਰ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹੀ ਇੱਕ ਓੰਕਾਰ, ਇੱਕੋ ਰਾਗ, ਇੱਕੋ ਧੁਨ, ਇੱਕੋ ਸ਼ਬਦ, ਉਹੀ ਸੱਚਾ ਗੁਰ ਹੈ। ਉਸ ਦੀ ਕਿਰਪਾ ਸਦਕਾ ਹੀ ਸਾਨੂੰ ਉਸ ਪ੍ਰਭੂ ਦਾ ਮਿਲਾਪ ਹੁੰਦਾ ਹੈ। ਉਸ ਦੀ ਕਿਰਪਾ ਸਦਕਾ ਹੀ ਅਸੀਂ ਉਸ ਦੇ ਗੁਣ ਗਾਉਂਦੇ ਹਾਂ। ਇਹ ਜਿੰਨੀ ਵਿਚਾਰ ਹੈ ਉਸ ਪ੍ਰਭੂ ਦੀ ਕਿਰਪਾ ਸਦਕਾ ਹੀ ਹੋਈ ਹੈ, ਸਤਿਗੁਰ ਦੀ ਕਿਰਪਾ ਸਦਕਾ ਹੈ। ਰਾਗ ਆਸਾ ਕਰ 8ਵਾਂ ਕੇ ਕਾਫੀ ਮਹੱਲਾ ਚੌਥਾ। ਆਸਾ ਰਾਗ ਦੇ ਵਿੱਚ ਮਹੱਲੇ ਚੌਥੇ ਦਾ ਸ਼ਬਦ ਹੈ, ਕਰ 8ਵਾਂ ਹੈ। ਰਹੋ ਪੰਕਤੀਆਂ ਨੇ, ਗੁਰ ਪੂਰੇ ਸਾਬਾਸ ਚੱਲਣ ਜਾਣਿਆ, ਲਾਹਾ ਨਾਮ ਸੁਸਾਰ ਸ਼ਬਦ ਸਮਾਣਿਆ। ਕਹਿੰਦੇ ਜਿਨ੍ਹਾਂ ਚੱਲਣ ਜਾਣਿਆ ਹੈ ਉਹਨਾਂ ਦੇ ਕੋਲ ਪੂਰਾ ਗੁਰ ਹੈ, ਉਹਨਾਂ ਦੇ ਸ਼ਾਬਾਸ਼ ਹੈ ਜਿਨ੍ਹਾਂ ਨੇ ਚੱਲਣਾ ਜਾਣ ਲਿਆ, ਉਸ ਰਸਤੇ 'ਤੇ ਮਾਰਗ 'ਤੇ ਚੱਲ ਪਏ। ਕਿਉਂਕਿ ਜਿਹੜਾ ਜੀਵ ਆਪਣੇ ਮਾਰਗ 'ਤੇ ਚੱਲਦਾ ਹੈ, ਜੋ ਹਰ ਮਾਰਗ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜਿਨ੍ਹਾਂ ਨੇ ਗੁਰ ਦਾ ਗਿਆਨ ਲਿਆ, ਉਸ ਮਾਰਗ 'ਤੇ ਚੱਲੇ, ਉਸ ਨੂੰ ਦ੍ਰਿੜ ਕੀਤਾ, ਜਿਨ੍ਹਾਂ ਨੂੰ ਪ੍ਰਭੂ ਨੇ ਫਿਰ ਆਪ ਇਹ ਖਜ਼ਾਨਾ ਬਖਸ਼ਿਸ਼ ਕੀਤਾ, ਕਹਿੰਦੇ ਉਹਨਾਂ ਤੋਂ ਸ਼ਾਬਾਸ਼ ਹੈ, ਉਸ ਗਿਆਨ ਨੂੰ ਸ਼ਾਬਾਸ਼ ਹੈ। ਲਾਹਾ ਨਾਮ ਸੁਸਾਰ, ਲਾਹਾ ਇਹ ਹੈ ਨਾਮ ਦੀ ਸੋਝੀ, ਨਾਮ ਦਾ ਗਿਆਨ। ਪਰ ਇਹ ਸਾਰਾ ਕਦੋਂ ਹੁੰਦਾ ਹੈ? ਸ਼ਬਦ ਸਮਾਣਿਆ। ਜਦੋਂ ਪੂਰੇ ਗੁਰ ਦਾ ਸ਼ਬਦ ਲੈ ਕੇ ਉਸ ਨੂੰ ਕਮਾਉਂਦੇ ਹਾਂ, ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ, ਸਮਾ ਜਾਂਦਾ ਹੈ। ਫਿਰ ਪੂਰਾ ਗੁਰ ਸਾਨੂੰ ਪ੍ਰਾਪਤ ਹੁੰਦਾ ਹੈ। ਫਿਰ ਅਸੀਂ ਅੱਗੇ ਉਪਦੇਸ਼ ਦਿੰਦੇ ਹਾਂ, ਪੂਰੇ ਗੁਰ ਕਾ ਸੁਨ ਉਪਦੇਸ਼, ਪਰ ਬ੍ਰਹਮ ਨਿਕਟ ਕਰ ਵੇਖ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਔਰ ਸ਼ਬਦ ਸ਼ੁਰੂ ਕਰਦੇ ਹਾਂ। ਆਇਆ ਮਰਨ ਤੁਰਾਹੋ, ਹਉ ਮੈਂ ਰੋਈਐ। ਆਏ ਸੀ ਤੁਰੋਂ, ਕਾਸ ਵਾਸਤੇ ਆਏ ਸੀ? ਮਰਨ ਵਾਸਤੇ। ਮਰਨਾ ਕਿਸ ਨੇ ਸੀ? ਮਨ ਨੇ। ਮਰਨ ਲਿਖਾਏ
ਮੰਡਲ ਮੈਂ ਆਏ ਸੀ ਆਪਾਂ ਕਿਸ ਵਾਸਤੇ? ਕਿ ਅਸੀਂ ਜਾਵਾਂਗੇ ਇਸ ਮਿਰਤ ਮੰਡਲ ਦੇ ਵਿੱਚ ਅਤੇ ਇੱਥੇ ਆ ਕੇ ਮਰਨਾ ਸਿੱਖਾਂਗੇ, ਜਿਉਂਦੇ ਮਰਨਾ ਜਿਹਨੂੰ ਕਿਹਾ ਹੈ। ਪਰ ਇੱਥੇ ਆ ਕੇ ਅਸੀਂ ਭੁੱਲ ਜਾਂਦੇ ਹਾਂ, ਦੁਚਿੱਤੀ 'ਚ ਪੈ ਜਾਂਦੇ, ਦੁਬਿਧਾ 'ਚ ਪੈ ਜਾਂਦੇ ਅਤੇ ਆਪਣਾ ਪਦਾਰਥ ਇਹ ਜਨਮ ਖੋਹ ਲੈਂਦੇ ਹਾਂ। ਜਨਮ ਪਦਾਰਥ ਦੁਬਿਧਾ ਖੋਵੈ, ਆਪ ਨ ਚੀਨਸ ਪਰਮ ਪਰਮ ਰੋਵੈ। ਕਹਿੰਦੇ ਆਪਣੇ ਆਪ ਦਾ ਗਿਆਨ ਹੀ ਨਹੀਂ ਲੈਂਦੇ ਇੱਥੇ ਆ ਕੇ, ਕਿਉਂਕਿ ਗਿਆਨ ਕੀ ਕਦੋਂ ਹੋਣਾ ਸੀ ਆਪਣੇ ਆਪ ਦਾ? ਜਦੋਂ ਮਨ ਨੇ ਜੀਵਤ ਮਰਨਾ ਸੀ, ਅਸਥੂਲ ਤੋਂ ਪ੍ਰਕਾਸ਼ ਹੋਣਾ ਸੀ। ਪਰ ਉਹ ਹੋਇਆ ਨਹੀਂ, ਕਿਉਂਕਿ ਭੁੱਲ ਗਏ ਜਿਸ ਕਾਰਜ ਨੂੰ ਅਸੀਂ ਆਏ ਸੀ, ਮਰ ਕੇ ਸਮਾਉਣਾ ਸੀ ਪ੍ਰਭੂ ਦੇ ਵਿੱਚ, ਅਮਰ ਹੋਣਾ ਸੀ। ਕਿਉਂਕਿ ਤਨ ਤਾਂ ਬਹੁਤ ਆਪਾਂ ਨੂੰ ਮਿਲਦੇ ਨੇ, ਜੰਮਦੇ ਨੇ, ਮਰਦੇ ਨੇ, ਲੇਕਿਨ ਮਨ ਨਹੀਂ ਮਰਿਆ। ਜਦ ਤੱਕ ਮਨ ਨਹੀਂ ਮਰਦਾ, ਮਨ ਦਾ ਆਉਣਾ ਜਾਣਾ ਖਤਮ ਨਹੀਂ ਹੁੰਦਾ। ਮਨ ਮਾਰੇ ਬਿਨ ਭਗਤ ਨਾ ਹੋਏ। ਮਨ ਮਾਰੇ ਤੋਂ ਬਿਨਾਂ ਭਗਤੀ ਨਹੀਂ ਹੈ, ਕਿਉਂਕਿ ਮਨ ਪ੍ਰਕਾਸ਼ ਹੋਏਗਾ, ਨਿਰਮਲ ਹੋਏਗਾ, ਫਿਰ ਪ੍ਰਭੂ ਦੇ ਵਿੱਚ ਸਮਾਏਗਾ, ਫਿਰ ਭਗਤੀ ਹੁੰਦੀ ਹੈ। ਇਸ ਕਰਕੇ ਆਏ ਇਸ ਕੰਮ ਨੂੰ ਸੀ, ਲੇਕਿਨ ਇੱਥੇ ਆ ਕੇ ਹਉਮੈ 'ਚ ਫਸ ਗਏ ਅਤੇ ਫਿਰ ਜੀਵ ਰੋਂਦਾ ਹੈ ਜਦੋਂ ਸੰਸਾਰ 'ਚ ਜਾਂਦਾ ਹੈ। ਗੁਰਮੁਖ ਨਾਮ ਧਿਆਏ ਅਸਥਿਰ ਹੋਈ ਹੈ। ਜਿਹੜੇ ਗੁਰਮੁਖ ਨੇ ਉਹਨਾਂ ਜਿਉਂਦੇ ਮਰਨਾ ਸਿੱਖਿਆ ਅਤੇ ਉਹਨਾਂ ਫਿਰ ਨਿਰਮਲ ਹੋ ਕੇ ਨਾਮ ਨੂੰ ਧਿਆਇਆ। ਉਹ ਸਥਿਰ ਹੋ ਗਏ, ਜਨਮ ਮਰਨ ਤੋਂ ਰਹਿਤ ਹੋ ਗਏ। ਐਸੇ ਜੀਵਾਂ ਦਾ ਫਿਰ ਸੰਗ ਕਰਕੇ ਆਪਾਂ ਵੀ ਸਥਿਰ ਹੋ ਸਕਦੇ ਹਾਂ, ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ, ਜਿਨ੍ਹਾਂ ਨੇ ਚੱਲਣ ਜਾਣਿਆ ਹੈ ਕਿ ਕਿਵੇਂ ਆਪਾਂ ਮਰਨਾ ਹੈ ਜੀਵਤ, ਜਿਸ ਕਾਰਜ ਵਾਸਤੇ ਆਪਾਂ ਨੂੰ ਇਹ ਦੇਹ ਮਿਲੀ ਹੈ। ਪੂਰਬ ਲਿਖੇ ਡੇ ਸੇ ਆਏ ਮਾਇਆ। ਕਹਿੰਦੇ ਉਸ ਪ੍ਰਭੂ ਨੇ ਭੇਜਿਆ ਸਾਨੂੰ, ਸਮਾਂ ਲਿਖ ਕੇ ਦਿੱਤਾ ਹੈ। ਗਿਣ ਘਾਲੇ ਸਭ ਦੇਵ ਸਾਸ ਨੈ ਬਰਨ ਕਟਣ ਤਿਲ ਸਾਰ। ਇੱਦਾਂ ਉਸ ਪ੍ਰਭੂ ਨੇ ਇੱਥੇ ਸਾਨੂੰ ਮਾਇਆ 'ਚ ਭੇਜਿਆ ਹੈ। ਇਸ ਮਾਇਆ ਦੇ ਦੇਸ਼ ਦੇ ਵਿੱਚ, ਮਿਰਤ ਮੰਡਲ ਦੇ ਵਿੱਚ ਸਮਾਂ ਨਿਸ਼ਚਿਤ ਦੇ ਕੇ, ਚੱਲਣ ਅੱਜ ਕੇ ਕੱਲ੍ਹ ਤੁਰੋਂ ਫਰਮਾਇਆ। ਅਤੇ ਜਿਹੜਾ ਜੀਵ ਇੱਥੇ ਆਇਆ ਹੈ ਉਸਨੇ ਜਾਣਾ ਵੀ ਹੈ, ਪਰ ਜਾਵੇਗਾ ਕਦੋਂ? ਜਦੋਂ ਹੁਕਮ ਆਏਗਾ ਮਾਲਕ ਦਾ। ਇਹ ਕਿਸੇ ਨੂੰ ਨਹੀਂ ਪਤਾ ਵੀ ਕਦੋਂ ਆ ਜਾਣਾ ਹੈ। ਅੱਜ ਵੀ ਆ ਸਕਦਾ, ਕੱਲ੍ਹ ਵੀ ਆ ਸਕਦਾ ਹੈ, ਕਿਸੇ ਨੂੰ ਨਹੀਂ ਪਤਾ। ਲੇਕਿਨ ਜਦੋਂ ਹੁਕਮ ਆ ਗਿਆ, ਚੱਲਣਾ ਹੀ ਪੈਣਾ ਹੈ, ਜਾਣਾ ਹੀ ਪੈਣਾ ਹੈ। ਅਤੇ ਜੇ ਫਿਰ ਆਪਾਂ ਇੱਦਾਂ ਚਲੇ ਗਏ, ਮਨ ਮਰਿਆ ਨਾ, ਅਤੇ ਪਕੜ ਕੇ ਲੈ ਜਾਣਗੇ ਜਾਂ ਫਿਰ ਜੂਨਾਂ ਦੇ ਵਿੱਚ ਜਾਣਾ ਪਏਗਾ। ਜੇ ਮਨ ਦਾ ਆਪਾ ਖਤਮ ਹੋ ਗਿਆ, ਮਨ ਪ੍ਰਕਾਸ਼ ਹੋ ਗਿਆ, ਜਿਉਂਦੇ ਸਮਾ ਗਿਆ, ਫਿਰ ਇਸ ਨੂੰ ਸਥਿਰ ਹੋ ਗਿਆ, ਫਿਰ ਇਸ ਨੇ ਜੰਮਣ ਮਰਨਾ ਖਤਮ ਹੋ ਜਾਂਦਾ ਹੈ। ਇਸ ਕਰਕੇ ਸਮਝਾਉਂਦੇ ਨੇ ਕਿ ਜਦੋਂ ਹੁਕਮ ਆਉਂਦਾ ਫਿਰ ਚੱਲਣਾ ਹੀ ਪੈਣਾ ਹੈ। ਸਮਾਂ ਲਿਖ ਕੇ ਦਿੱਤਾ ਹੈ, ਨਿਸ਼ਚਿਤ ਹੈ। ਇਸ ਕਰਕੇ ਜਿਹੜੇ ਕਾਰਜ ਨੂੰ ਆਪਾਂ ਆਏ ਉਹ ਕਾਰਜ ਕਰਨਾ ਹੈ। ਆਪਾਂ ਗਵਾ ਕੇ ਪ੍ਰਭੂ 'ਚ ਸਮਾਉਣਾ ਹੈ। ਬਿਰਥਾ ਜਨਮ ਤਿਨਾ ਜਿਨੀ ਨਾਮ ਵਿਸਾਰਿਆ। ਉਹਨਾਂ ਦਾ ਜਨਮ ਬਿਰਥ ਚਲੇ ਜਾਂਦਾ ਹੈ ਜਿਨ੍ਹਾਂ ਨਾਮ ਨੂੰ ਵਿਸਾਰ ਦਿੱਤਾ ਹੈ, ਕਿਉਂਕਿ ਨਾਮ ਨੇ ਹੀ ਮਨ ਨੂੰ ਅਮਰ ਪਦਵੀ ਦੇਣੀ ਸੀ। ਨਾਮ ਨੇ ਹੀ ਮਨ ਨੂੰ ਨਿਰਮਲ ਕਰਨਾ ਸੀ। ਭਰੀਆ ਮਤ ਪਾਪਾਂ ਕੇ ਸੰਗ ਉਹ ਤੋਪੈ ਨਾਵੈ ਕਰਨ। ਸਾਨੂੰ ਨਾਮ ਦਾ ਹੀ ਪਤਾ ਨਹੀਂ ਰਿਹਾ, ਗਿਆਨ ਨਹੀਂ ਰਿਹਾ ਕਿ ਨਾਮ ਕੀ ਹੈ। ਨਾਮ ਪ੍ਰਕਾਸ਼ ਹੈ ਜੋ ਸਤਿਗੁਰ ਤੋਂ ਮਿਲਦਾ ਹੈ, ਲੇਕਿਨ ਅਸੀਂ ਅੱਖਰਾਂ ਤੱਕ ਹੀ ਸੀਮਤ ਰਹਿ ਗਏ। ਨਾਮ ਅੱਖਰਾਂ 'ਚ ਰੱਖ ਲਏ, ਜਿਵੇਂ ਇੱਥੇ ਸੰਸਾਰ 'ਚ ਨਾਮ ਰੱਖ ਲੈਂਦੇ ਇਨਸਾਨਾਂ ਦੇ, ਇੱਦਾਂ ਅਸੀਂ ਅੱਖਰਾਂ ਤੱਕ ਸੀਮਤ ਰਹਿ ਗਏ, ਜਾਣਿਆ ਨਹੀਂ। ਹਾਲਾਂਕਿ ਇਨਸਾਨ ਨੂੰ ਜਿਹਦਾ ਆਪਾਂ ਨਾਮ ਰੱਖਦੇ, ਉਸ ਨੂੰ ਆਪਾਂ ਸ਼ਕਲ ਤੋਂ ਦੇਖਿਆ ਵੀ ਹੁੰਦਾ, ਜਾਣਦੇ ਵੀ ਹੁੰਦੇ ਹਾਂ, ਕਿਉਂਕਿ ਨਾਮ ਬਹੁਤ ਸਾਰੇ ਜੀਵਾਂ ਦਾ ਇੱਕ ਹੋ ਸਕਦਾ ਹੈ, ਲੇਕਿਨ ਸ਼ਕਲਾਂ ਵੱਖਰੀਆਂ ਵੱਖਰੀਆਂ ਹੁੰਦੀਆਂ ਨੇ।
ਆਪਾਂ ਕਈ ਵਾਰੀ ਕੀ ਹੁੰਦਾ ਕਿ ਇੱਕੋ ਥਾਂ 'ਤੇ ਦੋ ਜੀਅ ਬੈਠੇ ਹੁੰਦੇ ਨੇ, ਦੋਨਾਂ ਦਾ ਇੱਕੋ ਹੀ ਨਾਮ ਹੁੰਦਾ ਹੈ। ਆਪਾਂ ਉਸ ਨੂੰ ਆਵਾਜ਼ ਦਿੰਦੇ ਨਾਮ ਲੈ ਕੇ, ਅਤੇ ਦੂਜਾ ਜੀਵ ਕਈ ਵਾਰੀ ਆ ਜਾਂਦਾ ਅਤੇ ਆਪਾਂ ਕਹਿੰਦੇ ਵੀ ਨਹੀਂ ਤੈਨੂੰ ਨਹੀਂ, ਉਹ ਦੂਜੇ ਨੂੰ ਬੁਲਾਇਆ, ਕਿਉਂਕਿ ਪਹਿਚਾਣ ਵੱਖਰੀ ਵੱਖਰੀ। ਇੱਦਾਂ ਪ੍ਰਭੂ ਦੀ ਆਪਣੀ ਇੱਕ ਪਹਿਚਾਣ ਹੈ ਜੋ ਵੱਖਰਾ ਹੈ, ਜਿਹਦੇ ਵਰਗਾ ਦੂਜਾ ਕੋਈ ਨਹੀਂ ਹੈ। ਉਹ ਖੁਦ ਉਸ ਦੀ ਪਹਿਚਾਣ ਹੀ ਉਸ ਦਾ ਨਾਮ ਹੈ। ਨੌ ਤੇਰਾ ਨਿਰੰਕਾਰ ਹੈ, ਆਪ ਵੀ ਨਿਰੰਕਾਰ, ਉਸ ਦਾ ਨਾਮ ਵੀ ਨਿਰੰਕਾਰ, ਜੋ ਅੱਖਰਾਂ ਤੋਂ ਨਿਰਲੇਪ ਹੈ। ਜੂਏ ਖੇਲਣ ਜੱਗ ਕਿ ਇਹ ਮਨ ਹਾਰਿਆ। ਕਹਿੰਦੇ ਸੰਸਾਰ 'ਚ ਆ ਕੇ ਫਿਰ ਜੀਵ ਨਾਮ ਨੂੰ ਵਿਸਾਰ ਕੇ ਜੋ ਵੀ ਕਰਦਾ ਹੈ, ਜੂਆ ਖੇਡਦਾ ਹੈ, ਆਪਣੇ ਜੀਵਨ ਦਾ ਹਾਰ ਕੇ ਚਲੇ ਜਾਂਦਾ, ਦਾ ਪਰਲਾ ਦਿੰਦਾ ਹੈ। ਮਨੁੱਖਾ ਜਨਮ ਜਿਹੜਾ ਕਿ ਦੁਰਲੱਭ ਹੈ, ਜਿਹੜਾ ਕਿ ਵਾਰ ਵਾਰ ਨਹੀਂ ਮਿਲਦਾ, ਜਿਹੜਾ ਪਤਾ ਨਹੀਂ ਕਿੰਨੇ ਸਮੇਂ ਤੋਂ ਬਾਅਦ ਸਾਨੂੰ ਮਿਲਿਆ ਹੈ, ਅਤੇ ਉਸ ਜਨਮ ਨੂੰ ਜੀਵ ਹਾਰ ਜਾਂਦਾ ਹੈ ਨਾਮ ਨੂੰ ਵਿਸਾਰ ਕੇ। ਅਤੇ ਕਿ ਹਾਲਤ ਹੈ ਕਿ ਉਹ ਜੂਆ ਖੇਲਦੇ ਨੇ ਆਪਣੇ ਜੀਵਨ ਦੇ ਵਿੱਚ, ਉਹ ਵੀ ਹਾਰ ਕੇ ਜਾਂਦੇ ਨੇ। ਜੂਆ ਖੇਲਣ ਜੱਗ ਕੇ ਇਹ ਮਨ ਹਾਰਿਆ। ਕਹਿੰਦੇ ਇੱਦਾਂ ਫਿਰ ਇਹ ਮਨ ਆਪਣੇ ਜੀਵਨ ਨੂੰ ਜੂਏ 'ਚ ਹਾਰ ਕੇ ਚਲੇ ਜਾਂਦਾ ਹੈ, ਕਿਉਂਕਿ ਜੀਵ ਤਨ ਤੱਕ ਸੀਮਿਤ ਰਹਿੰਦੇ ਨੇ, ਮਨ ਨੂੰ ਧੋਂਦੇ ਨਹੀਂ। ਮਨ ਨਾਮ ਦੁਆਰਾ ਧੋ ਹੋਣਾ ਹੈ, ਤਨ ਨੂੰ ਆਪਾਂ ਪਾਣੀ ਨਾਲ ਧੋ ਲੈਂਦੇ ਹਾਂ, ਅਤੇ ਇੱਥੇ ਤੱਕ ਹੀ ਜੀਵ ਸਮਝ ਲੈਂਦਾ ਕਿ ਮੈਂ ਹੁਣ ਨਿਰਮਲ ਹੋ ਗਿਆ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਕਿਉਂਕਿ ਜੇ ਮਨ ਨੂੰ ਨਿਰਮਲ ਕਰਨਾ, ਉਹ ਨਾਮ ਦੁਆਰਾ ਹੋਣਾ। ਨਾਮ ਵਿਸਰਿਆ ਅਤੇ ਮਨ ਕਦੇ ਨਿਰਮਲ ਨਹੀਂ ਹੋ ਸਕਦਾ, ਅਤੇ ਜਨਮ ਨੂੰ ਜੂਏ 'ਚ ਹਾਰ ਜਾਂਦੇ ਹਾਂ। ਜੀਵਨ ਮਰਨ ਸੁਖ ਹੋਏ ਜਿਨ੍ਹਾਂ ਗੁਰ ਪਾਇਆ। ਜਿਨ੍ਹਾਂ ਨੇ ਗੁਰ ਨੂੰ ਪਾ ਲਿਆ, ਜਿਨ੍ਹਾਂ ਨੇ ਗੁਰ ਨੂੰ ਪ੍ਰਾਪਤ ਕਰ ਲਿਆ, ਉਹ ਜੀਵਨ ਮਰ ਜਾਂਦੇ ਨੇ। ਜੀ ਪ੍ਰਭੂ ਜਿਉਂਦੇ ਜੀ ਹੀ ਪ੍ਰਭੂ ਦੇ ਵਿੱਚ ਵਾਸਾ ਕਰ ਲੈਂਦੇ ਨੇ। ਨਾਨਕ ਸੱਚੇ ਸੱਚ ਸੱਚ ਸਮਾਇਆ। ਜਿਨ੍ਹਾਂ ਨੇ ਗੁਰ ਨੂੰ ਪਾ ਲਿਆ, ਜੀਵਨ ਮਰਨ ਉਹ ਸੁਖੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਸਾਰੇ ਪਾਸੇ ਸੱਚ ਹੀ ਸੱਚ ਨਜ਼ਰ ਆਉਂਦਾ, ਉਹ ਸੱਚ ਵਿੱਚ ਸਮਾ ਜਾਂਦੇ ਨੇ। ਜਿਸ ਕਾਰਜ ਨੂੰ ਆਪਾਂ ਤੁਰੋਂ ਆਏ ਸੀ, ਉਹ ਕਾਰਜ ਸਾਡਾ ਪੂਰਾ ਹੋ ਜਾਂਦਾ ਹੈ। ਜੀਵਨ ਮਰਨਾ ਹੈ, ਜੋ ਜੀਵਤ ਮਰਨਾ ਜਿਹਨੂੰ ਆਪਾਂ ਕਹਿੰਦੇ ਹਾਂ। ਗੁਰ ਪ੍ਰਸਾਦੀ ਜੀਵਤ ਮਰੈ। ਕਿਵੇਂ ਮਰਦਾ ਹੈ? ਪ੍ਰੇਮ ਬਾਣੀ ਦੁਆਰਾ। ਹਰੀ ਸਾਨੂੰ ਪ੍ਰੇਮ ਦੇ ਬਾਣ ਮਾਰਦਾ ਹੈ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਨਿਆਲੇ ਅਨਿਆ ਰਾਜ ਰਾਮ ਰਾਜੇ, ਜਿਸ ਲਾਗੀ ਪੀਰ ਬ੍ਰਹਮ ਕੀ ਸੋ ਜਾਣੇ ਜਰੀਆ। ਜੀਵਨ ਮੁਕਤ ਸੁਆਖੀ ਹੈ, ਮਰ ਜੀਵੈ ਮਰੀਆ। ਜੀਵਨ ਮੁਕਤ ਹੋ ਜਾਂਦਾ ਹੈ। ਜਾਂ ਨਾਨਕ ਸਤਿਗੁਰ ਮੇਲ ਹਰ ਜਗਤ ਉਤਰ ਤਰੀਆ। ਸੋ ਇਸ ਤਰੀਕੇ ਨਾਲ ਫਿਰ ਆਪਾਂ ਸੱਚ ਦੇ ਵਿੱਚ ਸਮਾਉਂਦੇ ਹਾਂ। ਆਓ ਹੁਣ ਆਪਾਂ ਅਭਿਆਸ ਕਰੀਏ, ਕਿਉਂਕਿ ਜੇ ਅਗਲਾ ਸ਼ਬਦ ਆਪਾਂ ਵਿਚਾਰਨਾ ਸ਼ੁਰੂ ਕਰ ਦਿੱਤਾ ਫਿਰ ਲੇਟ ਹੋ ਜਾਵਾਂਗੇ। ਆਓ ਧਿਆਉਣਾ, ਮਨ ਨੂੰ ਪ੍ਰਕਾਸ਼ ਕਰਨਾ ਹੈ। ਮਨ ਕੀ ਹੈ ਕਿ ਆਪਾਂ ਆਪਣੀ ਇੱਕ ਇਹ ਸ਼ਕਲ ਹੈ, ਸਾਰਿਆਂ ਦੀ ਵੱਖਰੀ ਵੱਖਰੀ ਹੈ, ਅਤੇ ਅਸੀਂ ਇਸੇ ਨੂੰ ਆਪਣੀ ਇੱਕ ਪਹਿਚਾਣ ਸਮਝ ਬੈਠੇ ਹਾਂ। ਇਹ ਸੱਚ ਸਮਝ ਬੈਠੇ ਵੀ ਜਿਹੜਾ ਇਹ ਸਾਡਾ ਰੂਪ ਹੈ, ਇਹ ਸੱਚਾ ਹੈ। ਮਨ ਭਰਮ 'ਚ ਪੈ ਗਿਆ। ਇਹ ਸਾਡਾ ਮਾਇਆ ਦਾ ਰੂਪ ਹੈ, ਜਿਹੜਾ ਇੱਕ ਛਿਣ 'ਚ ਨਾਸ ਹੋ ਜਾਂਦਾ ਹੈ। ਸਾਡਾ ਰੂਪ ਕੀ ਹੈ? ਪ੍ਰਕਾਸ਼। ਅਸੀਂ ਜੋਤ ਸਰੂਪ ਹਾਂ। ਇਹ ਨਹੀਂ, ਇਹ ਤਾਂ ਇੱਕ ਮਾਇਆ ਦਾ ਕੱਪੜਾ ਹੈ, ਜਿਹੜਾ ਇੱਥੇ ਰਹਿ ਜਾਣਾ ਹੈ। ਜਿਹੜਾ ਸਾਡਾ ਅਸਲੀ ਰੂਪ ਹੈ, ਉਹ ਪਰਮਾਤਮਾ ਦਾ ਹੀ ਰੂਪ ਹੈ। ਇਹ ਰੂਪ ਸਾਡਾ ਬਦਲਦਾ ਰਹਿੰਦਾ ਹੈ। ਬਚਪਨ 'ਚ ਹੋਰ ਸੀ, ਜਵਾਨੀ 'ਚ ਹੋਰ, ਅਤੇ ਬੁਢੇਪੇ 'ਚ ਹੋਰ।
ਲੇਕਿਨ ਉੱਥੇ ਸਾਡਾ ਸਦਾ ਇੱਕੋ ਜਿਹਾ ਰੂਪ ਹੈ। ਉੱਥੇ ਨਾ ਅਸੀਂ ਬੁੱਢੇ ਹਾਂ, ਨਾ ਅਸੀਂ ਬਾਲੇ ਹਾਂ। ਉੱਥੇ ਸਾਡਾ ਰੂਪ ਸਦਾ ਇੱਕ ਸਥਿਰ ਹੈ। ਜਿਵੇਂ ਪਰਮੇਸ਼ਰ ਸਦਾ ਇੱਕੋ ਜਿਹਾ ਹੈ, ਰੋਜ਼ ਹੀ ਨਵਾਂ ਹੈ, ਉੱਥੇ ਫਿਰ ਸਾਡਾ ਮਨ ਵੀ, ਜਦੋਂ ਅਸੀਂ ਗੁਰ ਪਾ ਲੈਂਦੇ ਹਾਂ, ਮਨ ਵੀ ਸਾਡਾ ਰੋਜ਼ ਹੀ ਨਵਾਂ ਹੈ, ਨਿਰਮਲ ਹੈ। ਸੋ ਇਸ ਕਰਕੇ ਇਹ ਸਾਰਾ ਅਭਿਆਸ ਧਿਆਨ ਦਾ ਹੈ, ਧਿਆਉਣਾ ਹੈ, ਇੱਕ ਦ੍ਰਿਸ਼ਟ ਹੋਣਾ ਹੈ, ਆਪਣਾ ਮੁੱਖ ਨੂੰ ਉਜਲ ਦੇਖਣਾ ਹੈ, ਪ੍ਰਕਾਸ਼ ਰੂਪ ਦੇਖਣਾ ਹੈ। ਹੁਣ ਜੀਵ ਜਿਹੜੇ ਕੋਈ ਨਵਾਂ ਹੈ, ਉਸਨੇ ਸਮਝਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹੜਾ ਸਾਡੇ ਮਨ ਹੈ, ਧਿਆਨ ਹੈ, ਨੇਤਰਾਂ 'ਚੋਂ ਚੱਲਦਾ ਹੈ, ਅਤੇ ਨੇਤਰ ਦੋ ਨੇ। ਦੋ ਦ੍ਰਿਸ਼ਟੀ ਦੇ ਵਿੱਚ ਅਸੀਂ ਹਾਂ, ਦੁਬਦਾ ਜਿਹਨੂੰ ਕਹਿ ਦਿੰਦੇ। ਜਦ ਤੱਕ ਦੁਚਿੱਤੀ 'ਚ ਅਸੀਂ ਰਹਿ ਗਏ, ਦੋ ਦ੍ਰਿਸ਼ਟੀ 'ਚ ਰਹਿ ਗਏ, ਅਤੇ ਆਪਣਾ ਜਨਮ ਖੋ ਜਾਂਦੇ, ਫਿਰ ਅੱਗੇ ਸਾਨੂੰ ਪਛਤਾਉਣਾ ਪੈਂਦਾ ਹੈ। ਜਦੋਂ ਅਸੀਂ ਇੱਕ ਦ੍ਰਿਸ਼ਟ ਹੋ ਜਾਂਦੇ ਹਾਂ, ਉਦੋਂ ਸਾਡਾ ਜਿਹੜਾ ਇਹ ਰੂਪ ਖਤਮ ਹੋ ਜਾਂਦਾ ਹੈ, ਸਾਡਾ ਪ੍ਰਕਾਸ਼ ਰੂਪ ਪ੍ਰਗਟ ਹੋ ਜਾਂਦਾ, ਆਪਣੇ ਮੁਖ 'ਤੇ ਪ੍ਰਕਾਸ਼ ਰੂਪ ਪ੍ਰਗਟ ਹੋ ਜਾਣਾ ਹੈ। ਇਹ ਗੁਪਤ ਹੋ ਜਾਂਦਾ ਹੈ। ਹੁਣ ਇਹ ਦਿਸਦਾ ਪਹਿਲਾਂ, ਫਿਰ ਇਹ ਗੁਪਤ ਹੋ ਜਾਣਾ, ਪ੍ਰਕਾਸ਼ ਪ੍ਰਗਟ ਹੋ ਜਾਣਾ ਹੈ। ਸੋ ਸਮਝਣ ਦੇ ਵਾਸਤੇ ਕੀ ਹੈ ਕਿ ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਇਹ ਦੇਖਣਾ ਹੈ ਕਿ ਅਸੀਂ ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਜਦੋਂ ਇੱਥੇ ਆਪਾਂ ਆਪਣੀ ਧਿਆਨ ਨੂੰ ਲਾਵਾਂਗੇ, ਇੱਥੇ ਦ੍ਰਿਸ਼ਟੀ ਨੂੰ ਫੋਕਸ ਕਰਕੇ ਦੇਖਾਂਗੇ, ਜੇਕਰ ਨੱਕ ਨਜ਼ਰ ਆਉਂਦਾ ਹੈ, ਫਿਰ ਅਸੀਂ ਦੋ ਦ੍ਰਿਸ਼ਟ ਦੇ ਵਿੱਚ ਹਾਂ, ਦੁਚਿੱਤੀ 'ਚ ਹਾਂ। ਜੇ ਨੱਕ ਨਜ਼ਰ ਨਹੀਂ ਆਉਂਦਾ, ਫਿਰ ਇੱਕ ਦ੍ਰਿਸ਼ਟ ਹਾਂ। ਜੇਕਰ ਨੱਕ ਨਜ਼ਰ ਆਉਂਦਾ, ਫਿਰ ਆਪਾਂ ਇਹ ਦੇਖਣਾ ਹੁੰਦਾ ਕਿ ਕਿਸ ਪਾਸੇ ਤੋਂ ਆਉਂਦਾ ਹੈ, ਸੱਜੇ ਆਉਂਦਾ ਹੈ, ਖੱਬੇ, ਜਾਂ ਦੋਨੋਂ ਪਾਸੇ ਵਿਚਾਲੇ। ਕਿਉਂਕਿ ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ, ਅਤੇ ਵਿਚਾਲੇ ਸਤੋ ਗੁਣ ਹੈ। ਇਹਨਾਂ ਆਪਣੇ ਆਪ ਨੂੰ ਪਰਖਣਾ ਆਪਾਂ ਨੇ। ਉਸ ਤੋਂ ਬਾਅਦ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਦੇਖ ਲਓ ਮੇਰੇ ਵੱਲ ਕਿਵੇਂ ਕਰਨਾ ਹੈ। ਵਿਸ਼ਵਾਸ ਨਾਲ ਕਰਨਾ ਹੈ। ਬਸ ਇੱਕ ਵਾਰੀ ਤੁਸੀਂ ਕਰ ਲਿਆ, ਮੁੜ ਕੇ ਸੁਣੋ ਨਾ ਸੁਣੋ, ਬਸ ਆਪਾਂ ਧਿਆਉਣਾ ਹੈ। ਤੁਰਦੇ ਫਿਰਦੇ ਕਿਤੇ ਵੀ ਕਰ ਸਕਦੇ ਹਾਂ, ਕੋਈ ਜ਼ਰੂਰੀ ਨਹੀਂ ਵੀ ਚੌਕੜਾ ਹੀ ਮਾਰਨਾ ਹੈ। ਜਿੱਥੇ ਮਰਜੀ ਤੁਰੇ ਫਿਰਦੇ ਆਪਾਂ ਇਹ ਸਮਝਣਾ ਹੈ। ਬਸ ਇੱਕ ਵਾਰੀ ਇੰਨਾ ਕੁ ਤਰੀਕਾ ਹੈ, ਜਿਹੜੀ ਜੁਗਤੀ ਹੈ, ਇਸ ਨੂੰ ਸੁਣ ਕੇ ਇਸ 'ਤੇ ਵਿਸ਼ਵਾਸ ਕਰਨਾ ਹੈ, ਫਿਰ ਇਸ ਨੂੰ ਦ੍ਰਿੜ ਕਰਨਾ ਹੈ। ਇੰਨਾ ਆਪਣਾ ਕੰਮ ਹੈ, ਬਾਕੀ ਫਿਰ ਉਹ ਸਾਡੇ ਮਾਲਕ ਦਾ, ਪ੍ਰਭੂ ਦਾ ਕੰਮ ਹੈ। ਕਿਉਂਕਿ ਇਹ ਹੁਕਮ ਹੈ ਸਾਨੂੰ। ਜੇ ਅਸੀਂ ਇੰਨਾ ਕੁ ਹੁਕਮ ਮੰਨ ਲਿਆ, ਇਸ ਨੂੰ ਕਹਿ ਦਿੱਤਾ ਹੈ, ਚਰਨ ਸਰਨ ਇੱਕ ਪੈਂਡਾ ਜਾਏ ਚੱਲ। ਇੱਕ ਪੈਂਡਾ ਆਪਾਂ ਚੱਲਣਾ ਹੈ ਪ੍ਰਭੂ ਦੀ ਸ਼ਰਨ ਦੇ ਵਿੱਚ, ਸਤਿਗੁਰ ਦੀ ਸ਼ਰਨ ਦੇ ਵਿੱਚ। ਸਤਿਗੁਰ ਕੋਟ ਪੈਂਡਾ ਆਗਾ ਹੋਏ ਲੇਤ ਹੈ। ਉਸਨੇ ਚੱਲ ਕੇ ਆਉਣਾ, ਆਪਾਂ ਸਿਰਫ ਇੱਥੇ ਤੱਕ ਜਾਣਾ, ਇੱਕ ਦ੍ਰਿਸ਼ਟ ਹੋ ਕੇ ਦਰ 'ਤੇ ਬੈਠਣਾ ਹੈ, ਅਤੇ ਉਹ ਸਾਨੂੰ ਚੱਲ ਕੇ ਆਪ ਲੈਣ ਆਉਂਦਾ ਹੈ। ਜਿਵੇਂ ਆਪਾਂ ਸੁਣਿਆ ਹੈ ਕਿ ਸੰਗਤਾਂ ਜਦੋਂ ਆਉਂਦੀਆਂ ਸੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ, ਕਿ ਕੋਈ ਜੀਵ ਆਉਂਦਾ ਸੀ ਜਿਸ ਦਾ ਇਤਿਹਾਸ ਵਿੱਚ ਨਾਮ ਵੀ ਦੱਸਿਆ ਹੈ, ਭਾਈ ਗਰੀਬੂ, ਕਿ ਪੰਚਮ ਪਾਤਸ਼ਾਹ ਜੀ ਆਪ ਉਹਨਾਂ ਨੂੰ ਲੈਣ ਵਾਸਤੇ ਚਲੇ ਗਏ, ਉਹਨਾਂ ਦੀ ਗਠੜੀ ਆਪਣੇ ਸਿਰ 'ਤੇ ਚੱਕ ਕੇ ਲਿਆਏ, ਕਿਉਂਕਿ ਉਹਨਾਂ ਦੇ ਅੰਦਰ ਪ੍ਰੇਮ ਭਾਵਨਾ ਸੀ। ਇੱਦਾਂ ਜਦੋਂ ਅਸੀਂ ਵੀ ਚੱਲਦੇ ਹਾਂ ਪ੍ਰੇਮ ਦੇ ਵਿੱਚ, ਕਿਉਂਕਿ ਐਸਾ ਇੱਕੋ ਹੀ ਤਰੀਕਾ ਹੈ ਪਰਮੇਸ਼ਰ ਨੂੰ ਪਾਉਣ ਦਾ, ਪ੍ਰੇਮ। ਪ੍ਰੇਮ ਤੋਂ ਬਿਨਾਂ ਹੋਰ ਕੋਈ ਦੂਜਾ ਮਾਰਗ ਹੀ ਨਹੀਂ, ਹੋਰ ਕੋਈ ਸਾਡੇ ਕੋਲ ਤਰੀਕਾ ਹੀ ਨਹੀਂ ਹੈ। ਹੁਕਮ ਅਤੇ ਪ੍ਰੇਮ। ਇਸ ਕਰਕੇ ਆਪਾਂ ਵਿਸ਼ਵਾਸ ਦੇ ਨਾਲ ਇਹ ਸਮਝਣਾ ਹੈ, ਫਿਰ ਕਰਨਾ ਹੈ। ਕੀ ਕਰਨਾ ਹੈ? ਪਹਿਲਾਂ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਆਪਣੇ ਆਪ ਨੂੰ ਸਮਝਣਾ ਹੈ, ਪਰਖਣਾ ਹੈ। ਧਿਆਨ ਨੂੰ
कि साडा ध्यान किवें है, असीं एक दृष्ट हाँ जां दो दृष्ट हाँ। जे दो दृष्ट हाँ तो साडा ध्यान किस पासे ज़्यादा है, सज्जे पासे है, खब्बे पासे जां विचाले है। उस तो बाद मैं आप जी नूं आवाज़ देवांगा कि ध्यान सामने लैके आओ, आपां सामने देखना। उस तो बाद आवाज़ देवांगा कि ध्यान मस्तक दे सामने लै जाओ, पलक उत्ते चुक। फिर जदों कहांगा सामने, फिर सामने, फिर जदों कहांगा सम करके देखो, फिर इस पॉइंट ते सम करके देखना। जेकर कोई नवां जीव उसने देखना, जे नक दिसदा सी कि नक दिसणों हट गया, ते जिहड़े आपां रोज़ दे अभ्यासी हाँ ते आउंदे हाँ, उन्हां अपने प्रकाश रूप नूं ही देखना है। पहलां भी प्रकाश ही दिसेगा उन्हां नूं, फिर भी प्रकाश ही, क्योंकि आपां कोई नवें संगी नूं नाल लैके प्रभु दी शरण च जांदे हाँ। आपां ये बेनती भी करनी हुंदी सारे जिन्ने भी आपां ते आउंदे हाँ प्रभु दे चरनां दे विच कि हे प्रभु, जो भी तुहाडी संगत च कोई नवां आउंदा है, किरपा करनी है उस ते, उसनूं भी अपने चरनां नाल जोड़ना है, उसनूं भी अपना हुक्म तुसीं आप ही मना लेना है। क्योंकि मनना बड़ा औखा है, सुनना सौखा है, लेकिन मनना बड़ा औखा है। जे मन लिया फिर गत कही नहीं जाती। सो आओ प्यारिओ, आओ नेत्र सम करके अपने आप नूं देखिए। पहला इस पॉइंट ते ध्यान ला के देखिए कि असीं एक दृष्ट हाँ जां दो दृष्ट। जे दो दृष्टि च हाँ तो साडा ध्यान किस पासे ज़्यादा है, सज्जे खब्बे जां विचाले। सामने लेके आइए ध्यान, सामने देखो जी। मस्तक दे सामने लै जाओ, पलका उत्ते चुक दो। फिर बात सामने लेके आइए ध्यान। सम करके देखिए अपने आप नूं। फिर नेत्र सम करके दृष्टि फोकस करके अपने आप नूं देखिए। जेकर कोई नवां जीव जिहड़ा दो दृष्टि विच सी, नक दिसदा सी, उसने ये देखना है हुण
कि नक दिसनों हटिया, फिर वो एक दृष्ट हो गया। नीचे लै जाओ ध्यान, बिल्कुल रिलैक्स ध्यान नीचे लै जाओ। बिल्कुल रिलैक्स देखना है। थले जिथे भी आप बैठे, जो थले कपड़ा विछया है, कुछ भी जा है, उस तो थोड़ा उपर आप ध्यान टिकाउण की कोशिश करनी, देखने की कोशिश करनी है। कोई पॉइंट नहीं देखना, ध्यान खुला छड़ना है। उत्थे सानू प्रकाश अनुभव होएगा, एक हलचल जल की तरह सानू अनुभव होएगी। फिर सम करके देखिए अपने आप को, फिर दृष्टि सम करके अपने आप को देखिए। फिर नीचे लै जाओ ध्यान,
ਫਿਰ ਸਮ ਕਰਕੇ ਦੇਖੀਏ ਆਪਣੇ ਆਪ ਨੂੰ। फिर नीचे ध्यान ले जाओ। फिर सम करके देखिए अपने आप ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਇਸ ਤਰੀਕੇ ਦੇ ਨਾਲ ਆਪਾਂ ਅਭਿਆਸ ਕਰਨਾ ਹੈ, ਅੰਤਰਗਤ ਜਾਣਾ ਹੈ। ਅਤੇ ਇੱਥੇ ਸਾਨੂੰ ਸਾਰੇ ਪਾਸੇ ਆਤਮ ਰੂਪ ਦੇ ਦਰਸ਼ਨ ਹੋਣੇ ਸ਼ੁਰੂ ਹੋ ਜਾਂਦੇ ਨੇ। ਸਵਾਲ ਸੀ ਕੀਤਾ ਕਿਸੇ ਭੈਣ ਨੇ ਕਿ ਜਿਹੜੀ ਆਪਣੀ ਆਤਮ ਦੇਵ ਹੈ, ਦੁਸ਼ਟ ਆਤਮਾ ਤੋਂ ਉਸ ਦੀ ਰਕਸ਼ਾ ਕਿਵੇਂ ਕੀਤੀ ਜਾ ਸਕਦੀ ਹੈ। ਆਤਮਾ ਨੂੰ ਦੁਸ਼ਟ ਆਤਮਾ ਤੋਂ ਕੋਈ ਖਤਰਾ ਨਹੀਂ ਹੈ, क्योंकि परमेश्वर ने एक आत्मा बनाई है, एक दुष्ट आत्मा है। लेकिन
ਖਤਰਾ ਕਿਸ ਨੂੰ ਹੈ? ਮਨ ਨੂੰ, ਦੁਸ਼ਟ ਆਤਮਾ ਤੋਂ। ਜੇਕਰ ਮਨ ਆਤਮਦੇਵ ਆਤਮ ਰਾਮ ਦੀ ਸ਼ਰਨ ਦੇ ਵਿੱਚ ਰਹਿੰਦਾ ਹੈ, ਦੁਸ਼ਟ ਆਤਮਾ ਉੱਥੇ ਨਹੀਂ ਆ ਸਕਦੀ। ਜੇ ਮਨ ਆਤਮ ਰਾਮ ਦੇ ਵਿੱਚ ਨਹੀਂ ਜਾਂਦਾ, ਆਤਮ ਰਾਮ ਦੀ ਸ਼ਰਨ ਦੇ ਵਿੱਚ ਨਹੀਂ ਜਾਂਦਾ, ਫਿਰ ਇਸੇ ਦੀ ਸਜ਼ਾ ਦੁਸ਼ਟ ਆਤਮਾ ਦੁਆਰਾ ਦਿੱਤੀ ਜਾਂਦੀ ਹੈ। ਇਸ ਕਰਕੇ ਉਸ ਨੂੰ ਸਜ਼ਾ ਦੇਣ ਵਾਸਤੇ ਰੱਖਿਆ ਪਰਮੇਸ਼ਰ ਨੇ। ਅਤੇ ਜੇ ਅਸੀਂ ਆਪਣੀ ਆਤਮਾ ਦੇ ਸ਼ਰਨ ਵਿੱਚ ਚਲੇ ਜਾਂਦੇ ਹਾਂ, ਉਹ ਆਤਮਾ ਸਾਨੂੰ ਮੁਕਤੀ ਦਿੰਦੀ ਹੈ। ਅਤੇ ਦੂਜੇ ਪਾਸੇ ਦੁਸ਼ਟ ਆਤਮਾ ਹੈ, ਜੇ ਅਸੀਂ ਆਤਮਾ ਦੀ ਸ਼ਰਨ 'ਚ ਨਹੀਂ ਜਾਂਦੇ, ਅਸੀਂ ਆਪਣੀ ਮਤ ਦੁਆਰਾ ਚੱਲਦੇ ਹਾਂ, ਫਿਰ ਦੁਸ਼ਟ ਆਤਮਾ ਸਾਨੂੰ ਸਜ਼ਾ ਦਿੰਦੀ ਹੈ। ਜੇ ਸਾਡਾ ਪਿਆਰ ਦੂਜੇ ਨਾਲ ਹੈ, ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ। ਇਸ ਕਰਕੇ ਸਾਨੂੰ ਮਨ ਨੂੰ ਆਤਮ ਰਾਮ ਦੀ ਸ਼ਰਨ ਦੇ ਵਿੱਚ ਰਹਿਣਾ ਚਾਹੀਦਾ ਹੈ, ਜਿੱਥੇ ਦੁਸ਼ਟ ਆਤਮਾ ਦਾ ਸਾਇਆ ਵੀ ਨਹੀਂ ਆ ਸਕਦਾ, ਕਿਉਂਕਿ ਉਹਨਾਂ ਦਾ ਆਪਣਾ ਦਾਇਰਾ ਹੈ। ਸਾਡਾ ਮਨ ਆਤਮਾ ਦਾ ਆਪਣਾ ਦਾਇਰਾ ਹੈ। ਇਸ ਕਰਕੇ ਇਸ ਪਾਸੇ ਦੁਸ਼ਟ ਆਤਮਾ ਦਾ ਵਾਸਾ ਹੈ। ਆਪਾਂ ਧਿਆਨ ਇਹ ਸਾਰਾ ਬੰਦ ਕਰਕੇ ਇਸ ਪਾਸੇ ਚੱਲਦੇ ਹਾਂ। ਇਸ ਪਾਸੇ ਦੁਸ਼ਟ ਆਤਮਾ ਨਹੀਂ ਆ ਸਕਦੀ। ਸੋ ਆਓ, ਇੱਦਾਂ ਆਪਾਂ ਅਭਿਆਸ ਕਰਨਾ ਹੈ, ਰਸਤਾ ਹੀ ਬੰਦ ਹੋ ਜਾਵੇ ਸਾਡਾ ਦੁਸ਼ਟ ਆਤਮਾ ਵਾਲਾ, ਅਤੇ ਜੀਵਨ ਮੁਕਤ ਹੋ ਜਾਈਏ। ਸੋ ਇਸ ਕਰਕੇ ਪਿਆਰ ਕਰਨਾ ਹੈ, ਪ੍ਰਭੂ ਦੇ ਨਾਲ ਪ੍ਰੇਮ ਪਾਉਣਾ ਹੈ, ਤਿਆਗ ਕੇ ਮਨ ਨੂੰ ਨਿਰਮਲ ਕਰਨਾ ਹੈ। ਇਹੀ ਭਗਤੀ ਹੈ, ਪ੍ਰੇਮ ਭਗਤੀ। ਸੋ ਪਿਆਰਿਓ, ਇੰਨੇ ਕੁ ਵਿਚਾਰ ਕਰਦਿਆਂ ਬਹੁਤ ਸਾਰੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸੰਗਤ ਸਤਿਗੁਰੂ ਜੀ ਬਖਸ਼ਣਯੋਗ ਹੋ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।